मानक भगत बैराग। श्री गुरु ग्रंथ साहिब उदत बंदों कर अनुराग। एकंकारा सतगुरु ते प्रसाद सच होय। वाहिगुरु जी की फतेह है विघ्न विनाशन सोय। वाहिगुरु जी की फतेह है विघ्न विनाशन। सतनाम श्री वाहिगुरु साहिब जी। दोए मुहूर्त जबे बितावा चल बुलार ते मार्ग आवा। जुगो जुग अटल शब्द गुरु चवर छत्र तख्त दे मालक धन साहिब श्री गुरु ग्रंथ साहिब महाराज तिन्हां दी बरकतमई पावन हजूरी अंदर संध्या वक्त तो सजे पावन दीवान तिन्हां दी हाजरियां भर रहे गुरु सवारे गुरु प्यारे सतसंगी जनों धनता दे योग हो सतगुरां दी मुबारक हजूरी अंदर बैठ के शुभ गुणां दी विचार आप इतिहास राहीं गुरु साहब जी के जीवन चों लै रहे हो। चल रही लड़ीवार श्री गुरु ग्रंथ श्री गुरु प्रताप सूझ ग्रंथ की मुबारक कथा, जिस कथा विच धन गुरु नानक पातशाह महाराज तिन्हां दे बाल कौतक कीते गए परोपकार तिन्हां दी आपां विचार इतिहास राहीं सरवण कर रहे हैं। कल दे दीवाना विच जिवें आप जी ने सरवण कीता कि धन गुरु नानक पातशाह महाराज जी नूं बीज दे के खेती बीजण वास्ते फसल वास्ते जिहड़ा है बाबा मेहता कालू जी ने 1.25 मन बीज दे के भेजिया कि जाओ बीज के आओ ते चंगा तुसी जिहड़ा है व्यापार करो ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇੱਕ ਸੋਹਣਾ ਪਿੰਡ ਨਗਰ ਵਸਾ ਕੇ ਦਿੱਤਾ ਜਾਵੇ। ਤੇ ਸਤਿਗੁਰੂ ਜੀ ਨੇ ਉਸੇ ਪ੍ਰਕਾਰ ਕੀਤਾ, ਬੀਜ ਵੀ ਬੀਜਿਆ, ਰਖਵਾਲੀ ਵੀ ਕੀਤੀ। ਪਰ ਜਦੋਂ ਮੋਹ ਦੇ ਵਿੱਚ ਫਸੇ ਹੋਏ ਬਾਬਾ ਮਹਿਤਾ ਕਾਲੂ ਜੀ, ਮਾਇਆ ਦਾ ਪ੍ਰਭਾਵ ਬਹੁਤ ਹੈ ਉਹਨਾਂ ਤੇ, ਤੇ ਉਸ ਪ੍ਰਭਾਵ ਨੂੰ ਜਿਹੜਾ ਹੈ ਤੋੜਨ ਦੇ ਲਈ ਸਤਿਗੁਰੂ ਜੀ ਨੇ हरी भरी फसल जिहड़ी है गावां मझां नूं पशु पंछियां नूं जिहड़ा है चरा दित्ती है। ते बहुत रोस दे विच गुस्से विच आके गुरु नानक पातशाह जी नूं कठोर बचन भी बोले ने ते जाके ब्राह्मण दे घर भी उलामा देता है। आपां कल दे दीवाना विच सरवण कीता है। आओ ਹੁਣ ਕਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਤੇ ਕਿਵੇਂ ਰਾਏ ਬੁਲਾਰ ਬਾਬਾ ਮਹਿਤਾ ਕਾਲੂ ਜੀ ਨੂੰ ਸਮਝਾ ਰਹੇ ਨੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ दोए मुहूर्त जबे बितावा चल बुलार ते मार्ग पावा। 4 घड़ियां समा बीतिया है ਤਾਂ ਰਾਏ ਬੁਲਾਰ ਉਸ ਰਸਤੇ ਤੇ ਆਇਆ ਹੈ। ਆਪਾਂ ਕੱਲ ਸਮਝਿਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੁਣ ਇਕਾਂਤ ਅਵਸਥਾ ਵਿੱਚ ਰਹਿਣ ਲੱਗ ਪਏ ਨੇ ਫੇਰ ਤੋਂ। ਤੇ ਨਗਰ ਤੋਂ ਥੋੜੀ ਜਿਹੀ ਦੂਰ ਇੱਕ ਬਹੁਤ ਵਿਸ਼ਾਲ ਦਰਖਤ ਹੈ ਜਿਹਦੇ ਹੇਠਾਂ ਸਤਿਗੁਰੂ ਜੀ ਵਿਸ਼ਰਾਮ ਕਰ ਰਹੇ ਨੇ।
तिस प्रकार जब दिन के जुग जाम बिताए, दुख मोचन लोचन अलसाए, सुंदर वस्त्र बिछाए बिछौना, पौधे पुन अनकंपन औना। ਅਸਲ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੁਝ ਸਮੇਂ ਲਈ ਉਸ ਦਰਖਤ ਦੇ ਹੇਠਾਂ ਸੰਘਣੀ ਛਾਂ ਦੇ ਹੇਠਾਂ ਵਿਸ਼ਰਾਮ ਕਰ ਰਹੇ ਨੇ। ਇੱਧਰੋਂ ਰਾਏ ਬੁਲਾਰ ਉਸ ਰਸਤੇ ਤੋਂ ਜਿਹੜਾ ਹੈ ਗੁਜ਼ਰਿਆ ਹੈ। ਵੇਖ ਅਚੰਭੋ ਮਨ ਬਿਸਮਾਨਾ, ਸ਼ੋਰ ਬੀਨ ਪਇਓ ਠਹਿਰਾਨਾ। ਗੁਰੂ ਜੀ ਨੂੰ ਉਸ ਦਰਖਤ ਦੇ ਹੇਠਾਂ ਲੰਮੇ ਪਿਆ ਵੇਖ ਕੇ ਜਿਹੜਾ ਬਹੁਤ ਹੈਰਾਨ ਹੋਇਆ ਹੈ ਤੇ ਬਿਨਾਂ ਖੜਾ ਕੀਤੇ, ਬਿਨਾਂ ਕੋਈ ਸ਼ੋਰ ਸ਼ਰਾਬੇ ਤੋਂ ਇੱਕਦਮ ਜਿਹੜਾ ਹੈ ਗੁਰੂ ਜੀ ਕੋਲ ਉੱਥੇ ਠਹਿਰਿਆ ਹੈ ਤੇ ਇੱਕ ਕੌਤਕ ਹੋਇਆ ਹੈ ਜੋ ਕਿ ਰਾਏ ਬੁਲਾਰ ਬੜੇ ਗੌਰ ਦੇ ਨਾਲ ਵੇਖ ਰਿਹਾ ਹੈ। ਨਿਜ ਸੰਗੀ ਸੋ ਬਚਨ ਅਲਾਵਾ, ਦੇਖੋ ਅਚਰਜ ਸੁਹਾਵਾ। ਨਾਲ ਜੇ ਉਹਨਾਂ ਦੇ ਫੌਜਦਾਰ ਸੀ, ਹੋਰ ਵੀ ਸਾਥੀ ਸਨ ਤੇ ਉਹਨਾਂ ਨੇ ਵੀ ਇਹ ਅਚਰਜ ਕੌਤਕ ਵੇਖਿਆ ਹੈ ਤੇ ਰਾਏ ਬੁਲਾਰ ਜੀ ਨੂੰ ਕਹਿਣ ਲੱਗੇ, ਆ ਵੇਖੋ ਕਿਵੇਂ ਜਿਹੜਾ ਹੈ ਕਿਹੋ ਜਿਹਾ ਅਚਰਜਮਈ ਕੌਤਕ ਹੈ। ਸੁੰਦਰ ਸੁਖ ਮੰਦਰ ਸੁਤ ਕਾਲੂ, ਸੋਇਓ ਅਜਮਦ ਜਾਸ ਬਿਸਾਲੂ। ਅਸਲ ਦੇ ਵਿੱਚ ਬਾਬਾ ਮਹਿਤਾ ਕਾਲੂ ਜੀ ਦਾ ਪੁੱਤਰ ਕਿੰਨੀ ਜਿਹੜਾ ਹੈ ਵਿਲੱਖਣ ਸ਼ੋਭਾ ਪਾ ਰਿਹਾ ਹੈ ਤੇ ਵੱਡੀ ਕਰਾਮਾਤ ਤੇ ਕੀਰਤੀ ਵਾਲਾ ਜਿਹੜਾ ਵੇਖੋ ਸੁਤਾ ਪਿਆ ਹੈ। ਦਰਗਾ ਸਭ ਪਾਦਪ ਪਰਛਾਵਾ, ਨਹੀਂ ਡਰਿਓ ਜੈਨ ਸੁਖ ਪਾਵਾ। ਕੌਤਕ ਇਹ ਵਰਤਿਆ ਕਿ ਦਰਖਤ ਜਿਵੇਂ ਆਪਾਂ ਕੱਲ ਸਮਝਿਆ ਸੀ, ਸੂਰਜ ਜਿਸ ਦਿਸ਼ਾ ਨੂੰ ਜਿਹੜਾ ਹੈ ਘੁੰਮਦਾ ਹੈ, ਪਰਛਾਵਾਂ ਵੀ ਜਿਹੜਾ ਹੈ ਆਪਣਾ ਦਿਸ਼ਾ ਆਪਣੀ ਜਿਹੜਾ ਹੈ ਥਾਂ ਬਦਲ ਲੈਂਦਾ ਹੈ। ਦਰਖਤ ਦਾ ਸੁਭਾਅ ਹੈ ਇੱਕ ਜਗ੍ਹਾ 'ਤੇ ਛਾਂ ਜਿਹੜੀ ਉਹ ਟਿਕੀ ਨਹੀਂ ਰਹਿ ਸਕਦੀ, ਘੁੰਮਦੀ ਰਹਿੰਦੀ ਹੈ ਉਹ ਵੀ। ਪਰ ਇੱਥੇ ਜਿਹੜਾ ਹੈ ਅਚਰਜਮਈ ਕੌਤਕ ਵੇਖਿਆ ਕਿ ਸਾਰੇ ਜਿਹੜੇ ਦਰਖਤ ਨੇ ਉਹਨਾਂ ਨੇ ਆਪਣਾ ਪਰਛਾਵਾਂ ਜਿਹੜਾ ਹੈ ਦੂਜੇ ਪਾਸੇ ਕਰ ਲਿਆ ਹੈ, ਦੂਸਰੇ ਪਾਸੇ ਹੈ। ਪਰ ਜਿੱਥੇ ਗੁਰੂ ਨਾਨਕ ਸਾਹਿਬ ਪਏ ਨੇ, ਜਿੱਥੇ ਵਿਸ਼ਰਾਮ ਕਰ ਰਹੇ ਨੇ, ਉਹ ਦਰਖਤ ਦਾ ਜਿਹੜਾ ਪਰਛਾਵਾਂ ਹੈ ਉਸੇ ਜਗ੍ਹਾ 'ਤੇ ਹੀ ਟਿਕਿਆ ਹੋਇਆ ਹੈ। ਬੜੇ ਹੈਰਾਨ ਹੋਏ ਕਿ ਇੰਨੇ ਦਰਖਤ ਨੇ, ਸਾਰਿਆਂ ਨੇ ਆਪੋ ਆਪਣੀ ਜਗ੍ਹਾ ਬਦਲ ਲਈ ਹੈ, ਆਪੋ ਆਪਣਾ ਪਰਛਾਵਾਂ ਜਿਹੜਾ ਹੈ ਲੈ ਕੇ ਦੂਜੇ ਪਾਸੇ ਚਲੇ ਗਏ ਨੇ। ਪਰ ਇੱਕੋ ਦਰਖਤ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਿਸ਼ਰਾਮ ਕਰ ਰਹੇ ਨੇ, ਉੱਥੇ ਅਸਲ ਦੇ ਵਿੱਚ ਛਾਂ ਹੈ। ਉਸ ਦਰਖਤ ਨੇ ਆਪਣਾ ਪਰਛਾਵਾਂ ਬਦਲਿਆ ਨਹੀਂ। ਨਿਸ਼ਚੈ ਕਲਾਵਾਨ ਅਵਤਾਰਾ, ਰਹਿਤ ਦੁਰਾਏ ਆਪਨ ਪੋਤਾਰਾ। ਇਹ ਵੇਖ ਕੇ ਜਿਹੜਾ ਹੈ ਬਹੁਤ ਮਾਨੋ ਕਿ ਜਿਹੜਾ ਹੈ ਅਚਰਜਤਾ ਦੇ ਵਿੱਚ ਗਏ ਨੇ, ਹੈਰਾਨ ਹੋ ਗਏ ਸਾਰੇ ਜਾਣੇ ਤੇ ਨਾਲ ਇਹ ਗੱਲਾਂ ਕਰਨ ਲੱਗ ਪਏ ਕਿ ਇੰਨਾ ਕਲਾਵਾਨ, ਇਤਨਾ ਸਮਰੱਥ, ਇਤਨਾ ਜਿਹੜਾ ਹੈ ਸ਼ਕਤੀਸ਼ਾਲੀ ਇਹ ਬਾਲਕ ਹੈ, ਤਾਂ ਵੀ ਜਿਹੜਾ ਆਪਣੀ ਅਸਲੀਅਤ ਛੁਪਾਉਂਦੇ ਨੇ। ਸਭ ਕੁਝ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਇਹ ਕੁਝ ਨਹੀਂ ਜਣਾ ਰਹੇ। ਪਾਵਕ ਬੀਚ ਪਸਮ ਕੇ ਜੈਸੇ, ਤੇਜ ਨਾ ਲਖਿਓ ਪਰਤ ਹੈ ਕੈਸੇ। ਸਵਾਹ ਵਿੱਚ ਦਬੀ ਹੋਈ ਅੱਗ ਵਾਂਗ ਜਿਵੇਂ ਜਿਹੜਾ ਹੈ ਇਸ ਦਾ ਪ੍ਰਤਾਪ ਜਿਹੜਾ ਜਾਣਿਆ ਨਹੀਂ ਜਾ ਸਕਦਾ। ਜਿਵੇਂ ਕਿ ਸਵਾਹ ਦੇ ਵਿੱਚ ਦੱਬੀ ਹੋਈ ਅੱਗ ਹੋਵੇ ਨਾ, ਉੱਪਰੋਂ ਕੋਈ ਜਾਣ ਨਹੀਂ ਸਕਦਾ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ, ਨਾਲ ਆਏ ਹੋਏ ਸਾਥੀ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ ਕਿ ਬਹੁਤ ਕਲਾਵਾਰ ਨੇ, ਬੜੀ ਸ਼ਕਤੀ ਦੇ ਮਾਲਕ ਨੇ, ਪਰ ਇਹ ਕੁਝ ਆਪਣੇ ਆਪ ਨੂੰ ਜਣਾ ਨਹੀਂ ਰਹੇ। ਪਰ ਜੇ ਲਖਣ ਹਾਰ ਹੋਇ ਕੋ, ਤੈ ਨਿਕਾਸ ਸੀਤਾ ਹੈ ਪੈਸੋ। ਪਰ ਜੇ ਕੋਈ ਜਾਣਨ ਵਾਲਾ ਹੋਵੇ ਤਾਂ ਸਵਾਹ ਵਿੱਚੋਂ ਕੱਢ ਕੇ ਤੇ ਪਾਲਾ ਹਟਾ ਲੈਂਦਾ ਹੈ। ਭਾਵ ਜਿਹਨੂੰ ਪਤਾ ਹੋਵੇ ਕਿ ਸਵਾਹ ਦੇ ਥੱਲੇ ਅੱਗ ਹੈ, ਉਹ ਅੱਗ ਨੂੰ ਕੱਢ ਕੇ ਤੇ ਆਪਣਾ ਪਾਲਾ ਕੱਕਰ ਜਿਹੜਾ ਹੈ ਉਹ ਦੂਰ ਕਰ ਸਕਦਾ ਹੈ। ਕਹਿਣ ਤੋਂ ਭਾਵ ਇਹ ਹੈ, ਉਦਾਹਰਨ ਦੇ ਕੇ ਸਮਝਾ ਰਹੇ ਨੇ ਕਵੀ ਸੰਤੋਖ ਸਿੰਘ ਜੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਰਬ ਕਲਾ ਸਮਰੱਥ ਨੇ ਤੇ ਜਿਨ੍ਹਾਂ ਨੇ ਜਪਿਆ ਹੈ, ਜਿਨ੍ਹਾਂ ਨੇ ਸੁਣਿਆ ਹੈ, ਉਹਨਾਂ ਦਾ ਜਨਮ ਮਰਨ ਕਟਿਆ ਜਾਂਦਾ ਹੈ। ਜੋ ਇਸ ਕੀ ਸੇਵਾ ਜੋ ਕਰਈ, ਜਨਮ ਮਰਨ ਤੈ ਕਿਉ ਨ
ਟਰਈ। ਇਸੇ ਤਰ੍ਹਾਂ ਜਿਹੜਾ ਇਹ ਗੱਲਾਂ ਕਰ ਰਹੇ ਨੇ ਰਾਏ ਬੁਲਾਰ ਜੀ, ਹੋਰ ਵੀ ਇਹਨਾਂ ਦੇ ਸਾਥੀ, ਕਹਿੰਦੇ ਜੋ ਵੀ ਇਹਨਾਂ ਦੀ ਸੇਵਾ ਕਰੇਗਾ ਨਾ, ਆਪਣਾ ਜਨਮ ਮਰਨ ਉਹ ਕੱਟ ਲਏਗਾ। आगे बीतिक अचर्य देखी, सरप छाँव क्या प्रीत बिशेकी। ਰਾਏ ਬੁਲਾਰ ਜੀ ਕਹਿਣ ਲੱਗੇ, ਪਹਿਲਾਂ ਵੀ ਮੈਂ ਇੱਕ ਕੌਤਕ ਵੇਖਿਆ ਹੈ ਕਿ ਕਿਵੇਂ ਸੱਪ ਜਿਹੜਾ ਸੀ ਛਾਂ ਕਰ ਰਿਹਾ, ਤੇ ਅੱਜ ਦੂਸਰੀ ਇਹ ਘਟਨਾ ਮੈਂ ਆਪਣੀ ਅੱਖੀਂ ਵੇਖ ਲਈ ਹੈ। ਇਹ 'ਚ ਕੋਈ ਅਤਕਥਨੀ ਨਹੀਂ ਹੈ ਕਿ ਕੋਈ ਭੁਲੇਖਾ ਹੋਵੇ, ਕੋਈ ਕੁਝ ਹੋਵੇ, ਇਹ ਕੋਈ ਅਚੰਭਾ ਵੀ ਨਹੀਂ ਹੈ। ਇਹ ਤੇ ਅਸਲ ਦੇ ਵਿੱਚ ਜਿਹੜਾ ਹੈ ਪ੍ਰਤੱਖ ਦਿਖ ਰਿਹਾ ਹੈ। ਬਾਕੀ ਦਰਖਤ ਦੂਸਰੀ ਜਗ੍ਹਾ 'ਤੇ ਨੇ, ਛਾਂ ਬਦਲੀ ਹੋਈ ਹੈ, ਪਰ ਜਿੱਥੇ ਜਗਤ ਦਾ ਮਾਲਕ ਸੁੱਤਾ ਪਿਆ ਹੈ, ਵਿਸ਼ਰਾਮ ਕਰ ਰਿਹਾ ਹੈ, ਉਹ ਦਰਖਤ ਜਿਹੜਾ ਹੈ ਆਪਣੀ ਛਾਂ ਪਲਟ ਨਹੀਂ ਰਿਹਾ, ਦੂਸਰੇ ਪਾਸੇ ਨਹੀਂ ਲੈ ਕੇ ਗਿਆ। ਤੇ ਰਾਏ ਬੁਲਾਰ ਜੀ ਕਹਿੰਦੇ, ਮੈਂ ਆਪਣਾ ਇਹ ਜਿਹੜਾ ਹੈ ਦੂਜਾ ਕੌਤਕ ਵੇਖਿਆ ਹੈ। अस्थिर रही तरोवर छाया, अचर्य ही जुग बार लखाया। ਉਸ ਦਰਖਤ ਦੀ ਛਾਂ ਇੱਕ ਜਗ੍ਹਾ ਹੀ ਟਿਕੀ ਰਹੀ, ਤੇ 2 ਵਾਰ ਇਹੋ ਜਿਹਾ ਅਚਰਜ ਮੈਂ ਵੇਖਿਆ ਹੈ। हंस के बंदे दोनों आखा, बंधन क्या तर माथा। ਦੋਨੇ ਹੱਥ ਜੋੜ ਕੇ ਤੇ ਰਾਏ ਬੁਲਾਰ ਜੀ ਨੇ ਨਮਸਕਾਰ ਕੀਤੀ ਹੈ, ਤੇ ਧਰਤੀ ਤੇ ਮੱਥਾ ਟੇਕਿਆ। ਗੁਰੂ ਸਾਹਿਬ ਜੀ ਵਿਸ਼ਰਾਮ ਹੀ ਕਰ ਰਹੇ ਨੇ, ਤੇ ਅਚਰਜ ਵੇਖ ਕੇ ਤੇ ਰਾਏ ਬੁਲਾਰ ਗੁਰੂ ਸਾਹਿਬ ਜੀ ਦੇ ਅੱਗੇ ਝੁਕਿਆ ਹੈ। हटियो दूर ते शरदा तारी, गमन नगर होत रत पारी। ਹੋਰ ਸ਼ਰਧਾ ਵੱਧ ਗਈ, ਹੋਰ ਵਿਸ਼ਵਾਸ ਜਿਹੜਾ ਹੈ ਗੁਰੂ ਪ੍ਰਤੀ ਵੱਧ ਗਿਆ, ਤੇ ਉਸ ਜਗ੍ਹਾ ਤੋਂ ਫਿਰ ਜਿਹੜਾ ਹੈ ਹਟ ਕੇ ਤੇ ਨਗਰ ਨੂੰ ਵਧਿਆ ਹੈ। ਬੜੇ ਪਿਆਰ ਦੇ ਨਾਲ ਭਰਿਆ ਹੋਇਆ ਹੈ। शुभ विद करत संकल्प विकल्पा, दिन प्रति जय को होए प्रम अल्पा। ਅਸਲ ਦੇ ਵਿੱਚ ਜੋ ਵੀ ਸ਼ੁਭ ਬੇਤੀ ਦੇ ਨਾਲ ਵਿਧੀ ਅਨੁਸਾਰ ਉਸਨੇ ਜਿਹੜਾ ਜੋ ਕੁਝ ਵੀ ਸੰਕਲਪ ਲਿਆ ਹੈ ਰਾਏ ਬੁਲਾਰ ਜੀ ਨੇ, ਤੇ ਦਿਨ ਬਾ ਦਿਨ ਜਿਹੜਾ ਹੈ ਉਹਨਾਂ ਦਾ ਭਰਮ ਵੀ ਘਟਦਾ ਗਿਆ, ਤੇ ਗੁਰੂ ਪ੍ਰਤੀ ਭਰੋਸਾ ਸ਼ਰਧਾ ਜਿਹੜੀ ਹੈ ਉਹ ਵੱਧਦੀ ਗਈ ਹੈ। साधना जाय बैसियो हर खाई, कालू गा तब सहज सुभाई। ਘਰ ਜਾ ਕੇ ਬੜਾ ਪ੍ਰਸੰਨ ਹੋ ਕੇ ਬੈਠਾ ਹੈ, ਤੇ ਫਿਰ ਜਿਹੜਾ ਹੈ ਉੱਥੇ ਬਾਬਾ ਮਹਿਤਾ ਕਾਲੂ ਜੀ ਵੀ ਪਹੁੰਚ ਗਏ, ਕਿਉਂਕਿ ਪਟਵਾਰੀ ਨੇ ਉਹ। ਰਾਏ ਬੁਲਾਰ ਜੀ ਬੈਠੇ ਨੇ, ਬੜੇ ਪ੍ਰਸੰਨ ਨੇ, ਤੇ ਉਸੇ ਸਮੇਂ ਬਾਬਾ ਮਹਿਤਾ ਕਾਲੂ ਜੀ ਵੀ ਉੱਥੇ ਪਹੁੰਚੇ ਹਨ। सादर तै शुभ ठोर बिठायो, बौर प्रेम सो बचन सुनायो। ਬੜਾ ਆਦਰ ਦੇ ਕੇ ਉਹਨਾਂ ਨੂੰ ਆਪਣੇ ਨੇੜੇ ਚੰਗੀ ਥਾਂ ਤੇ ਬਿਠਾਇਆ ਹੈ, ਤੇ ਫਿਰ ਜੋ ਵੀ ਵਿਥਿਆ, ਜੋ ਵੀ ਉਹਨਾਂ ਨੇ ਦ੍ਰਿਸ਼ ਦੇਖਿਆ ਸੀ, ਸਾਰਾ ਬੜੇ ਪ੍ਰੇਮ ਦੇ ਨਾਲ ਬਾਬਾ ਮਹਿਤਾ ਕਾਲੂ ਜੀ ਨੂੰ ਸੁਣਾਇਆ ਹੈ। दूर पाग को पांजन लखालू, हस सुत जन में पयो निहालू। ਤੁਸੀਂ ਵੱਡੇ ਭਾਗਾਂ ਵਾਲੇ ਹੋ, ਤੁਹਾਡੇ ਘਰ ਦੇ ਵਿੱਚ ਜੋ ਪੁੱਤਰ ਜਨਮਿਆ ਹੈ ਨਾ, ਜੋ ਪੈਦਾ ਹੋਇਆ ਹੈ, ਉਹਦੇ ਨਾਲ ਤੁਹਾਡੀ ਕੁਲ ਤਰ ਗਈ ਹੈ, ਤੁਹਾਡੇ ਭਾਗ ਚੰਗੇ ਹਨ। तप सुभाव तुम्हार कठोरा, थोरा कब ना बोलियो थोरा। ਅਸਲ ਦੇ ਵਿੱਚ ਇੰਨੇ ਮਿੱਠੇ ਸੁਭਾਅ ਵਾਲਾ ਤੁਹਾਡਾ ਪੁੱਤਰ ਹੈ, ਅਵਤਾਰੀ ਪੁੱਤਰ ਹੈ, ਫਿਰ ਵੀ ਤੁਹਾਡਾ ਸੁਭਾਅ ਜਿਹੜਾ ਕਠੋਰ ਬੜਾ ਹੈ। ਕਾਲੂ ਜੀ ਕੌੜਾ ਨਾ ਬੋਲਿਆ ਕਰੋ। ਰਾਏ ਬੁਲਾਰ ਜੀ ਕਹਿ ਰਹੇ ਨੇ, ਤੁਸੀਂ ਕੌੜਾ ਨਾ ਬੋਲਿਆ ਕਰੋ, ਕਠੋਰ ਬਚਨ ਅਸਲ ਦੇ ਵਿੱਚ ਆਪਣੇ ਬਾਲਕ ਨੂੰ, ਬੱਚੇ ਨੂੰ ਨਾ ਬੋਲਿਆ ਕਰੋ। ਤੈ ਸਦਕਾ ਕਰੇ ਮਮ ਨਗਰੀ, ਪਾਵਨ ਹੋਤ ਬਸਤ ਸੁਖ ਸਗਰੀ। ਮੈਂ ਤੇ ਇਹ ਸਮਝਦਾ ਹਾਂ ਉਹਨਾਂ ਦੇ ਆਉਣ ਕਾਰਨ ਇਹ ਨਗਰੀ ਪਵਿੱਤਰ ਹੋ ਗਈ ਹੈ, ਤੇ ਸੱਚੀ ਗੱਲ ਪਵਿੱਤਰ ਹੋ ਗਈ, ਜੁਗੋ ਜੁਗ ਅਟਲ ਹੋ ਗਈ। ਇਸ ਲਈ ਜਿਹੜਾ ਹੈ ਸਾਡੀ ਇਹ ਨਗਰੀ, ਸਾਡਾ ਗ੍ਰਾਮ ਜਿਹੜਾ ਪਵਿੱਤਰ ਹੋ ਗਿਆ ਹੈ, ਤੇ ਅਸੀਂ ਹੁਣ ਜਿਹੜਾ ਹੈ ਸੁਖੀ ਵਸ ਰਹੇ ਹਾਂ। ਭੂਲ ਨ ਕੀਜੈ ਕਬੇ ਅਨਾਦਰ, ਅਸਨ ਬਸਨ ਦੀਜੈ ਸੁਖ ਸਾਦਰ। ਭੁੱਲ ਕੇ ਵੀ ਉਹਨਾਂ ਦਾ ਅਨਾਦਰ ਨਾ ਕਰਿਓ, ਭਾਵ ਜਿਹੜਾ ਹੈ ਮੰਦੇ ਬੋਲ ਨਾ ਬੋਲਿਓ, ਕਠੋਰ ਬਚਨ ਨਾ ਉਹਨਾਂ ਨੂੰ ਬੋਲਿਓ। ਚੰਗੇ ਬਸਤਰ ਦਿਓ, ਚੰਗਾ ਭੋਜਨ ਦਿਓ,
ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਣੀ ਚਾਹੀਦੀ। जामा मोह तुरक को आही भोजन बने न मम कर माही। ਰਾਏ ਬੁਲਾਰ ਜੀ ਕਹਿਣ ਲੱਗੇ ਮੈਂ ਤੇ ਮੁਸਲਮਾਨਾਂ ਦੇ ਘਰੇ ਜੰਮਿਆ ਹਾਂ, ਸਾਡਾ ਤੇ ਘਰ ਜਿਹੜਾ ਹੈ ਇਸਲਾਮ ਮਤ ਦੇ ਅਧੀਨ ਆ ਅਸੀਂ, ਇਸ ਲਈ ਜਿਹੜਾ ਹੈ ਮੈਂ ਤੁਹਾਡੇ ਪੁੱਤਰ ਨੂੰ ਆਪਣੇ ਕੋਲ ਨਹੀਂ ਰੱਖ ਸਕਦਾ। ਉਹਨਾਂ ਦੀ ਸੋਚ ਹੈ, ਆਪਣੀ ਸੋਚ ਮੁਤਾਬਕ ਕਹਿ ਰਹੇ ਨੇ। ਤੇ ਰਾਏ ਬੁਲਾਰ ਜੀ ਕਹਿਣ ਲੱਗੇ ਜੇ ਤਾਂ ਅਸਲ ਦੇ ਵਿੱਚ ਹੁੰਦਾ ਨਾ ਕਿ ਜੇ ਇਦਾਂ ਦਾ ਨਾ ਕੁਝ ਹੁੰਦਾ ਤੇ ਫਿਰ ਜਿਹੜਾ ਹੈ ਮੈਂ ਬੜੀ ਸੇਵਾ ਕਰਨੀ ਸੀ ਆਪਣੇ ਕੋਲ ਲਿਆ ਕੇ। ਇਸ ਲਈ ਜਾਮਾ ਮੋਹੇ ਤੁਰਕ ਕੋ ਆਹੀ, ਮੈਂ ਇੱਕ ਤੁਰਕ ਦੇ ਘਰ ਜਨਮ ਲਿਆ ਹੈ ਤੇ ਇਸ ਲਈ ਉਹ ਸਾਡੇ ਘਰੇ ਨਹੀਂ ਰਹਿ ਸਕਦੇ। नत राखो सादर निज सतमा सुगल जन्म सेवे पद पदमा। ਨਹੀਂ ਤਾਂ ਮੈਂ ਉਹਨਾਂ ਨੂੰ ਬੜੇ ਆਦਰ ਦੇ ਨਾਲ ਆਪਣੇ ਘਰ ਦੇ ਵਿੱਚ ਰੱਖਦਾ ਤੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਕੇ ਆਪਣਾ ਜਨਮ ਸਫਲ ਕਰਦਾ। कोशिश सुंदर दियो बनवाई ले जावो कालू पैराई। ਇਸ ਲਈ ਕਾਲੂ ਜੀ ਆਪਣੇ ਪੁੱਤਰ ਨੂੰ ਸੁੰਦਰ ਪੋਸ਼ਾਕ ਜਿਹੜੀ ਹੈ ਬਣਵਾ ਕੇ ਤੇ ਦਿਓ ਤੇ ਲੈ ਜਾਵੋ, ਉਹਨਾਂ ਨੂੰ ਪਹਿਨਾਵੋ। ਇਸ ਲਈ ਕਿਸੇ ਵੀ ਕਿਸਮ ਦੀ ਕੋਈ ਘਾਟ ਜਾਂ ਕਮੀ ਨਹੀਂ ਉਹਨਾਂ ਨੂੰ ਆਉਣੀ ਚਾਹੀਦੀ। जो आवे तिन काज पदारथ सो मैं गने पयो सकारत। ਸਾਡੇ ਤੋਂ ਜੋ ਚਾਹੀਦਾ ਹੈ ਤੁਸੀਂ ਲੈ ਜਾਓ ਉਹਨਾਂ ਦੇ ਲਈ, ਤੁਸੀਂ ਤੇ ਆਪਣੀ ਤਨਖਾਹ ਲੈਂਦੇ ਹੀ ਜੋ, ਪਰ ਉਹਨਾਂ ਦੇ ਲਈ ਜਿਹੜਾ ਹੈ ਸਾਡੇ ਘਰ ਦਾ ਕੋਈ ਵੀ ਪਦਾਰਥ ਜਿਹੜਾ ਕੰਮ ਆ ਜਾਵੇ ਨਾ, ਵਸਤਰ ਕੰਮ ਆ ਜਾਵੇ, ਤੇ ਮੈਂ ਸਮਝਾਂਗਾ ਕਿ ਅਸਲ ਦੇ ਵਿੱਚ ਮੇਰਾ ਘਰ, ਮੇਰਾ ਪਦਾਰਥ, ਹਰ ਇੱਕ ਚੀਜ਼ ਜਿਹੜਾ ਸਫਲ ਹੋ ਗਈ, ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਤੇ ਪਾਉਣ ਵਾਸਤੇ ਆ ਕੋਈ ਵੀ ਲੋੜਵੰਦ ਜਿਹੜੀ ਹੈ ਚੀਜ਼ ਜੋ ਵੀ ਹੋਇਆ ਹੈ, ਅਸਲ ਦੇ ਵਿੱਚ ਮੈਂ ਸਮਝਾਂਗਾ ਕਿ ਹਰ ਇੱਕ ਚੀਜ਼ ਸਫਲ ਹੈ ਜੇ ਉਹਨਾਂ ਦੇ ਲਈ ਕੰਮ ਆਈ ਹੈ। सुन बुलार की अस विद्वानी शरदा प्रेम विखे लपटानी। ਰਾਏ ਬੁਲਾਰ ਜੀ ਦੀ ਇਹ ਗੱਲ ਜਿਹੜੀ ਹੈ ਸ਼ਰਧਾ ਤੇ ਪ੍ਰੇਮ ਦੇ ਨਾਲ ਭਿੱਜੀ ਹੋਈ ਸੀ, ਭਰੀ ਹੋਈ ਸੀ। बोलियो हाथ जोर तब कालू जाको माया मोह विसालू। ਜਿਨ੍ਹਾਂ ਨੂੰ ਮਾਇਆ ਦਾ ਮੋਹ ਜਿਹੜਾ ਹੈ ਬਹੁਤ ਜ਼ਿਆਦਾ ਸੀ, ਬਾਬਾ ਮਹਿਤਾ ਕਾਲੂ ਜੀ, ਉਹ ਹੱਥ ਜੋੜ ਕੇ ਹੁਣ ਰਾਏ ਬੁਲਾਰ ਜੀ ਨੂੰ ਕਹਿਣ ਲੱਗੇ ਹਨ, मुझ कर ना कर मुझ कर सरबा है पदारथ जय बो दरबा। ਤੁਹਾਡੀ ਕਿਰਪਾ ਨਾਲ ਸਾਡੇ ਘਰੇ ਬਹੁਤ ਕੁਝ ਹੈ, ਬੜੇ ਪਦਾਰਥ ਨੇ, ਬੜਾ ਧਨ ਤੁਸੀਂ ਦਿੱਤਾ ਹੈ। किसु वस्त की कमी न मेरे अधिक ताम तन माल कनेरे। ਕਿਸੇ ਵਸਤੂ ਦੀ ਕੋਈ ਕਮੀ ਨਹੀਂ ਹੈ ਸਾਡੇ ਘਰੇ, ਬਹੁਤ ਕੁਝ ਜਿਹੜਾ ਹੈ, ਬੜਾ ਧਨ ਹੈ, ਮਾਲ ਬਹੁਤ ਕੁਝ ਹੈ। जप बदत मुझ नित चित चिंता निस दिन बीत है गटी गुणंता। ਤਦ ਵੀ ਮੇਰੇ ਚਿੱਤ ਵਿੱਚ ਇੱਕੋ ਹੀ ਚਿੰਤਾ ਜਿਹੜੀ ਹੈ ਨਾ ਵੱਧਦੀ ਜਾ ਰਹੀ ਹੈ ਕਿ ਦਿਨ ਰਾਤ ਜਿਹੜਾ ਹੈ ਇਹਨਾਂ ਹੀ ਗਿਣਤੀਆਂ ਮਿਣਤੀਆਂ ਵਿੱਚ ਮੈਂ ਬਤੀਤ ਕਰ ਦਿੰਦਾ ਹਾਂ। गुरु नानक की करत बढ़ाई मैं न लखी तै मत के थाई। ਤੁਸੀਂ ਨਾਨਕ ਦੀ ਬੜੀ ਵਡਿਆਈ ਕਰਦੇ ਹੋ, ਬੜੀ ਸ਼ੋਭਾ ਕਰਦੇ ਹੋ, ਪਰ ਮੈਂ ਤਾਂ ਉਸ ਦੀ ਅਜਿਹੀ ਕੋਈ ਜਿਹੜਾ ਹੈ ਬੁੱਧੀ ਵੇਖੀ ਹੀ ਨਹੀਂ, ਕੋਈ ਕੌਤਕ, ਕੋਈ ਕੁਝ ਦੇਖਿਆ ਹੀ ਨਹੀਂ ਅਜੇ। ਤੇ ਜਦੋਂ ਵੀ ਤੁਸੀਂ ਜਿਹੜਾ ਬੋਲਦੇ ਹੋ ਉਹਨਾਂ ਪ੍ਰਤੀ ਸ਼ੁਭ ਬਚਨ ਬੋਲਦੇ ਹੋ, ਵਡਿਆਈ ਉਹਨਾਂ ਦੀ ਕਰਦੇ ਹੋ, ਪਰ ਮੈਂ ਹਾਲੇ ਤੱਕ ਸਮਝ ਨਹੀਂ ਸਕਿਆ। जैथित के तत्पर थिर कीना हो न सवारी की ना। ਅਸਲ ਦੇ ਵਿੱਚ ਜਿਸ ਕਾਰ ਕਮਾਉਣ ਵਾਸਤੇ ਵੀ ਮੈਂ ਖੜਾ ਕੀਤਾ ਸੀ ਨਾ ਉਹਨਾਂ ਨੇ ਕੁਝ ਨਹੀਂ ਸਵਾਰਿਆ, ਉਹਦਾ ਨੁਕਸਾਨ ਹੀ ਕੀਤਾ ਹੈ। ਉਹ ਆਪਾਂ ਪਿੱਛੇ ਸਮਝਦੇ ਆ ਰਹੇ ਹਾਂ। ਘਰੋਂ ਕੋਈ ਬਰਤਨ ਲੈ ਜਾਂਦੇ ਤੇ ਉੱਥੇ ਸੁੱਟਦੇ ਨੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿੱਥੇ ਕੋਈ ਲੋੜਵੰਦ ਹੋਵੇ, ਐ ਨਹੀਂ ਕਿ ਗਵਾ ਕੇ ਆ ਜਾਣਾ। ਮਾਲਕ ਨੇ ਪਰਉਪਕਾਰ ਆਪਣੇ ਜਿਹੜਾ ਹੈ ਬਾਲ ਅਵਸਥਾ ਤੋਂ ਹੀ ਕਰਨੇ ਸ਼ੁਰੂ ਕਰ ਦਿੱਤੇ ਸਨ।
ਘਰ ਦੀ ਵਸਤੂ ਕੋਈ ਵੀ ਸ਼ੈ ਆ ਜਿਹਨੂੰ ਲੋੜ ਹੈ ਨਾ, ਉੱਥੇ ਜਾ ਕੇ ਰੱਖ ਆਉਣੀ, ਸੁੱਟ ਆਉਣੀ, ਉਹਨੂੰ ਪ੍ਰਾਪਤ ਹੋ ਜਾਣੀ। ਇੱਦਾਂ ਹੀ ਪਿਛਲੇ ਅਧਿਆਏ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ, ਜੇ ਖੇਤੀ ਜਿਹੜਾ ਹੈ ਬੀਜਣੀ ਹੈ ਤੇ ਗੁਰੂ ਸਾਹਿਬ ਜੀ ਨੇ ਬੀਜੀ ਵੀ ਹੈ, ਬੜੀ ਸੰਘਣੀ, ਬਹੁਤ ਚੰਗੀ ਉੱਗੀ ਵੀ ਹੈ, ਤੇ ਬਾਅਦ ਦੇ ਵਿੱਚ ਫਿਰ ਪਸ਼ੂ ਪੰਛੀਆਂ ਨੂੰ ਜਿਹੜਾ ਚਰਾ ਵੀ ਦਿੱਤੀ, ਕਿਉਂਕਿ ਉਹ ਬਾਬਾ ਮਹਿਤਾ ਕਾਲੂ ਜੀ ਨੂੰ ਇੱਕ ਗੱਲ ਸਮਝਾਉਣਾ ਚਾਹੁੰਦੇ ਸਨ ਕਿ ਜਿਸ ਪਿੱਛੇ ਤੁਸੀਂ ਲੱਗੇ ਹੋਏ ਹੋ ਨਾ, ਉਹ ਇੱਕ ਗੁਜਰਾਨ ਦੀ ਤਰ੍ਹਾਂ ਹੈ। ਤੁਹਾਡੇ ਵਾਸਤੇ ਜਿਹੜਾ ਹੈ ਪੈਸਾ ਧਨ ਹੀ ਸਭ ਕੁਝ ਹੈ, ਪਰ ਨਹੀਂ, ਇਹ ਇੱਕ ਗੁਜਰਾਨ ਹੈ। ਮਾਲਕ ਇਹ ਸਮਝਾਉਣਾ ਚਾਹੁੰਦੇ ਨੇ, ਪਰ ਬਾਬਾ ਮਹਿਤਾ ਕਾਲੂ ਜੀ ਮਾਇਆ ਦੇ ਮੋਹ ਵਿੱਚ ਫਸੇ ਹੋਏ ਨੇ। ਇਸ ਕਰਕੇ ਰਾਏ ਬੁਲਾਰ ਜੀ ਨੂੰ ਇਹ ਗੱਲ ਕਹਿ ਰਹੇ ਨੇ, ਅੱਜ ਤੱਕ ਜੋ ਕੰਮ ਵੀ ਮੈਂ ਛੋਇਆ ਸੀ ਨਾ, ਜਾਂ ਇਹਨਾਂ ਨੂੰ ਸ਼ੁਰੂ ਕਰਨ ਨੂੰ ਦਿੱਤਾ ਸੀ, ਤੇ ਮੇਰੇ ਬੱਚੇ ਨੇ ਕੋਈ ਜਿਹੜਾ ਹੈ ਨਾ, ਕਹਿ ਲਓ ਲਾਭ ਨਹੀਂ ਮੈਨੂੰ ਦਿੱਤਾ, ਨੁਕਸਾਨ ਹੀ ਹੋਇਆ, ਘਾਟਾ ਹੀ ਹੋਇਆ ਹੈ। ਪੂਰਬ ਬੋ ਕਰ ਵਾਸਤ ਗਵਾਈ, ਅਬ ਕਿਦਾਰ ਪਸ ਦੀਨ ਚਰਾਈ। ਬਚਪਨ ਦੇ ਵਿੱਚ ਤੇ ਬਹੁਤ ਇਹਨਾਂ ਨੇ ਵਸਤੂਆਂ ਗਵਾ ਦਿੱਤੀਆਂ ਨੇ, ਤੇ ਹੁਣ ਵੇਖੋ ਖੇਤੀ ਚਰਾ ਦਿੱਤੀ। ਆ ਫਸਲ ਚੰਗੀ ਭਲੀ ਉੱਗੀ ਸੀ, ਉਹ ਵੀ ਡੰਗਰਾਂ ਪਸ਼ੂਆਂ ਨੂੰ ਪੰਛੀਆਂ ਨੂੰ ਚਰਾ ਦਿੱਤੀ ਹੈ। ਜਨਮੇ ਤੇ ਜਬ ਸਰਤ ਸੂਰਤ ਸੰਭਾਰੀ, ਤਨਕ ਨਾ ਤਨ ਕੀ ਖਿਤ ਸਵਾਰੀ। ਜਦੋਂ ਤੋਂ ਇਹ ਜੰਮੇ ਨੇ ਨਾ, ਪੈਦਾ ਹੋਏ ਨੇ, ਸੁਰਤ ਸੰਭਾਲੀ ਇਹਨਾਂ ਨੇ, ਥੋੜੀ ਵੀ ਜਿਹੜਾ ਹੈ ਧਨ ਦੀ ਕਿਰਤ ਇਹਨਾਂ ਨੇ ਨਹੀਂ ਕੀਤੀ ਅੱਜ ਤੱਕ, ਧਨ ਨੂੰ ਸੰਭਾਲਿਆ ਨਹੀਂ ਹੈ। ਮਨ ਉਨ ਮਤ ਨਾ ਕਰਤ ਸਨੇਹੂ, ਵਹਿਰ ਨਗਰ ਬੈਸੈ ਤਜ ਕੇਹੂ। ਪੁੱਤਰ ਮੇਰਾ ਮਨ ਮਸਤ ਹੈ, ਇਸ ਲਈ ਜਿਹੜਾ ਇਹ ਪਿਆਰ ਨਹੀਂ ਕਰਦਾ ਉਹ ਕਿਸੇ ਚੀਜ਼ ਨਾਲ, ਭਾਵ ਮੋਹ ਨਹੀਂ ਹੈ। ਪਿਆਰ ਤੇ ਕਾਇਨਾਤ ਦੇ ਨਾਲ ਹੈ ਹੀ, ਹਰ ਇੱਕ ਨਾਲ ਪਿਆਰ ਹੈ ਮਾਲਕ ਦਾ, ਪਰ ਮੋਹ ਨਹੀਂ ਕਿਸੇ ਨਾਲ ਹੈਗਾ। ਤੇ ਘਰ ਛੱਡ ਕੇ ਨਗਰ ਤੇ ਬਾਹਰ ਜਾ ਕੇ ਬੈਠ ਜਾਂਦਾ ਹੈ। ਬਹੁਤ ਸਮਝਾਇਆ ਹੈ, ਪਰ ਪਤਾ ਨਹੀਂ ਕੀ ਹੋਇਆ ਹੈ ਕਿ ਸੰਸਾਰ, ਪਰਿਵਾਰ, ਇਹਨਾਂ ਚੀਜ਼ਾਂ ਦੇ ਨਾਲ ਉਹਨਾਂ ਦੀ ਕਹਿ ਲਓ ਕਿ ਉਹ ਅਟੈਚਮੈਂਟ ਨਹੀਂ ਹੈਗੀ, ਲਗਾਵ ਨਹੀਂ ਹੈਗਾ। ਇਸ ਕਰਕੇ ਉਹ ਆਪਣਾ ਘਰ ਛੱਡ ਕੇ ਪਿੰਡੋਂ ਬਾਹਰ ਬਹਿ ਜਾਂਦੇ ਹਨ। ਕਹਿ ਬੁਲਾਰ ਤੋ ਮਤ ਅਣਜਾਨੀ, ਤੈ ਕੀ ਰੀਤ ਨ ਸਕਤ ਪਛਾਨੀ। ਰਾਏ ਬੁਲਾਰ ਜੀ ਕਹਿਣ ਲੱਗੇ, ਤੇਰੀ ਬੁੱਧੀ ਜਿਹੜੀ ਹੈ ਨਾ ਉਹ ਅਣਜਾਣ ਹੈ, ਤੇ ਤੂੰ ਅਣਜਾਣਾਂ ਵਾਲੀਆਂ ਗੱਲਾਂ ਕਰਦਾ ਹੈ, ਨਿਆਣਿਆਂ ਵਾਲੀਆਂ, ਸਿਆਣਿਆਂ ਵਾਲੀਆਂ ਗੱਲਾਂ ਕਰ ਕਿਤੇ। ਤੂੰ ਉਸ ਦੀ ਰੀਤ ਨੂੰ ਪਛਾਣ ਹੀ ਨਹੀਂ ਸਕਦਾ, ਉਹ ਕੀ ਕੁਝ ਕਰ ਰਹੇ ਨੇ ਤੇ ਕੀ ਕੁਝ ਉਹਨਾਂ ਨੇ ਅਜੇ ਕਰਨਾ ਹੈ, ਤੂੰ ਇਸ ਚੀਜ਼ ਨੂੰ ਪਛਾਣ ਨਹੀਂ ਰਿਹਾ। ਮਨ ਤ੍ਰਿਸ਼ਨਾ ਮੈਂ ਮਤ ਲਪਟਾਨੀ, ਗੁਣਨ ਗੂੜ ਕਿਉਂ ਸਕੇ ਪਛਾਨੀ। ਤੂੰ ਧਨ ਦੀ ਤ੍ਰਿਸ਼ਨਾ ਦੇ ਵਿੱਚ ਆਪਣੀ ਮਤ ਜਿਹੜੀ ਹੈ ਨਾ ਲਪਟਾਈ ਹੋਈ ਹੈ। ਧਨ ਦੀ ਤ੍ਰਿਸ਼ਨਾ ਤੇਰੇ ਅੰਦਰ ਬੜੀ ਹੈ, ਤੂੰ ਗੁੱਝੇ ਗੁਣਾਂ ਵਾਲੇ ਨੂੰ ਕਿਵੇਂ ਪਛਾਣ ਸਕਦਾ ਹੈ? ਤੈਨੂੰ ਤੇ ਧਨ ਦਿਖਦਾ ਹਰ ਪਾਸੇ ਕਿ ਮੇਰਾ ਪੁੱਤਰ ਕਮਾ ਕੇ ਦੇਵੇ, ਬਹੁਤਾ ਧਨ ਆਵੇ, ਬੜਾ ਕੁਝ ਤੂੰ ਸੋਚ ਰੱਖਿਆ ਹੈ, ਪਰ ਉਹ ਗੁਣਾਂ ਦੀ ਖਾਨ ਨੇ, ਗੁਣਾਂ ਦੇ ਖਜ਼ਾਨੇ ਨੇ। ਇਸ ਲਈ ਜਿਹੜਾ ਹੈ ਤੂੰ ਕਿਵੇਂ ਪਛਾਣ ਸਕਦਾ ਹੈ? ਕਹਿਨ ਸੁਨਨ ਕਰ ਆਸ ਬਿਦ ਕਾਲੂ, ਚਾਲਿਆ ਲੈ ਆਇਓ ਤਤਕਾਲੂ। ਇੱਦਾਂ ਜਿਹੜੀ ਗੱਲਬਾਤ ਸੁਣ ਕੇ ਬਾਬਾ ਮਹਿਤਾ ਕਾਲੂ ਜੀ ਕੁਝ ਕਹਿ ਕੇ ਤੇ ਕੁਝ ਸੁਣ ਕੇ ਹੁਣ ਆਪਣੇ ਘਰ ਨੂੰ ਜਿਹੜਾ ਹੈ ਆ ਗਏ ਹਨ। ਕਾਰਨ ਲੱਗਿਓ ਕਾਰਜ ਨਿਜ ਜੋ, ਸੁਤ ਗੁਣ ਪਰਖਨ ਕਰਤ ਨ ਕੋ। ਉਸੇ ਵੇਲੇ ਫਿਰ ਆਪਣੇ ਜੋ ਵੀ ਘਰ ਦੇ ਕਾਰਜ ਸਨ, ਨਿੱਜੀ ਕੰਮ ਸਨ, ਉਹ ਸਾਰੇ ਹੁਣ ਕਰਨ ਲੱਗ ਪਏ ਨੇ, ਤੇ ਆਪਣੇ ਪੁੱਤਰ ਦੇ ਗੁਣਾਂ ਦੀ ਜਿਹੜਾ ਹੈ ਕਦੇ ਵੀ ਪਛਾਣ ਨਹੀਂ ਉਹਨਾਂ ਨੇ ਕੀਤੀ। ਹਾਲੇ ਵੀ ਜਿਹੜਾ ਹੈ ਸੰਸਾਰ ਕਹਿ ਰਿਹਾ ਹੈ ਇਹ ਗੁਣਾਂ ਦੀ ਖਾਨ ਹੈ, ਇਹ ਕਰਾਮਾਤਾਂ ਦੀ ਖਾਨ ਹੈ। ਅਸਲ ਦੇ ਵਿੱਚ ਜਿਹੜਾ ਹੈ ਹਾਲੇ ਵੀ ਨਹੀਂ ਬਾਬਾ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਪਛਾਣ ਰਹੇ ਹਨ। ਸ੍ਰੀ ਸਤਿਗੁਰ ਕਰਤਾ ਪੁਰਖ, ਅਸ ਬਿਦ ਕਰਤ ਬਿਲਾਸ, ਪਜ ਸੰਤੋਖ ਸਿੰਧ
ਨਾਮ ਤੇ ਭਗਵਾਨ ਕੀ ਆਸ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੁਣ ਵਿਧੀ ਅਨੁਸਾਰ ਜੋ ਇਹ ਸਭ ਕਰ ਰਹੇ ਨੇ, ਤੇ ਇਸ ਲਈ ਜਿਹੜਾ ਹੈ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਭਜਨ ਕਰਿਆ ਕਰ, ਹੋਰ ਕਿਸੇ ਤੇ ਆਸ ਰੱਖਣੀ ਜਿਹੜਾ ਹੈ ਉਹ ਛੱਡ ਦੇ, ਕੇਵਲ ਗੁਰੂ ਨੂੰ ਧਿਆਉਣਾ ਕਰ। ਚੋਪਈ ਪਾਵਸ ਕਰਤ ਬਿਲਾਸ ਬਿਤਾਈ, ਬੌਰ ਨਵੀਨ ਅਪਰਿਕ੍ਰਿਤ ਆਈ। ਅਸਲ ਦੇ ਵਿੱਚ ਹੁਣ ਅਧਿਆਏ ਨੰਬਰ ਜਿਹੜਾ ਹੈ ਉਹ 13ਵਾਂ, ਜਿਸ ਵਿੱਚ ਕਵੀ ਜੀ ਕਹਿੰਦੇ ਨੇ ਹੁਣ ਵਰਖਾ ਰੁੱਤ ਜਿਹੜੀ ਹੈ ਉਹ ਬੀਤ ਚੁੱਕੀ ਹੈ, ਤੇ ਹੁਣ ਸਰਦ ਰੁੱਤ ਜਿਹੜੀ ਹੈ, ਸਰਦੀ ਦੀ ਰੁੱਤ ਆਈ ਹੈ। ਸੁੰਦਰ ਸ਼ਰਦ ਸਾਰਦਾ ਮਾਨੋ, ਬਦਨ ਚੰਦਰਮਾ ਬਿਮਲ ਪਛਾਨੋ। ਅਸਲ ਦੇ ਵਿੱਚ ਜਿਹੜਾ ਹੈ ਹੁਣ ਮੰਨ ਲਓ ਕਿ ਰੁੱਤ ਜਿਹੜੀ ਹੈ ਬਹੁਤ ਸੋਹਣੀ ਸਰਦ ਰੁੱਤ ਆਈ ਹੋਈ ਹੈ, ਤੇ ਕਵੀ ਜੀ ਕਹਿਣ ਲੱਗੇ ਉਹਨਾਂ ਦਾ ਸਰੀਰ ਜਿਹੜਾ ਹੈ ਮੰਨ ਲਓ ਕਿ ਚੰਦਰਮਾ ਦੇ ਵਾਂਗ ਪਛਾਣੋ। ਅੰਬਰ ਬਰ ਨੀਲਾਂਬਰ ਲੀਨਾ, ਜਾ ਕੇ ਸ਼ੁਭਤ ਪਇਓ ਤਰ ਪੀਨਾ। ਇਸ ਪ੍ਰਕਾਰ ਹੁਣ ਕਵੀ ਜੀ ਕਹਿਣ ਲੱਗੇ ਆਕਾਸ਼ ਮਾਨੋ ਜਿਹੜਾ ਹੈ ਨਾ, ਮਾਨੋ ਕਿ ਨੀਲਾ ਕਪੜਾ ਹੁਣ ਤਾਣਿਆ ਹੋਇਆ ਹੈ ਉਹਨੇ, ਜਿੱਥੇ ਬੱਦਲ ਵੀ ਬੜੇ ਜਿਹੜਾ ਸ਼ੋਭਾ ਪਾ ਰਹੇ ਹਨ। ਉਡਗਨ ਪੂਕਨ ਜਰੇ ਜਰਾਉ, ਲਲਿਤ ਮਰਾਲੰ ਪਾਵਨ ਪਾਉ। ਤਾਰੇ ਵੀ ਜਿਹੜਾ ਮਾਨੋ ਕਿ ਗਹਿਣਿਆਂ ਵਾਂਗ ਜੜੇ ਹੋਏ ਨੇ, ਸੁੰਦਰ ਜਿਹੜਾ ਹੈ ਮਾਨੋ ਕਿ ਹੰਸ ਪਵਿੱਤਰ ਪੈਰ ਲੈ ਕੇ ਫਿਰਦੇ ਹਨ। ਉਦਲ ਕਮਲ ਕਰ ਜੈ ਦੁਤ ਪੂਰੀ, ਪੂਜਲ ਦੇ ਚੰਦਰਿਕਾ ਰੂਰੀ। ਕੋਮਲ ਕਮਲ ਵਰਗੇ ਜਿਹੜਾ ਹੈ ਹੱਥ ਸੋਹਣੇ ਨੇ, ਤੇ ਸਫੈਦ ਸਰੀਰ ਜਿਹੜਾ ਮਾਨੋ ਕਿ ਚਾਂਦਨੀ ਵਰਗਾ ਹੈ। ਕੁਮਤੀ ਕਰਤ ਤਪਤ ਸਿਕੁਮਾਤੀ, ਸਦਾ ਬਧਾਵਤ ਸ਼ੀਤਲ ਸੁਮਾਤੀ। ਇਸ ਪ੍ਰਕਾਰ ਜਿਹੜੀ ਤਪਸ਼ ਹੈ ਹੁਣ ਸਰਦ ਰੁੱਤ ਦੇ ਨਾਲ ਘੱਟ ਹੋ ਰਹੀ ਹੈ, ਜਿਵੇਂ ਕਿ ਗੁਰੂ ਦੇ ਸੰਗਤ ਦੇ ਨਾਲ ਖੋਟੀ ਮਤ ਜਿਹੜੀ ਹੈ ਦੂਰ ਹੁੰਦੀ ਹੈ, ਸ਼ੀਤਲਤਾ ਹਿਰਦੇ ਵਿੱਚ ਆਉਂਦੀ ਹੈ। ਘਰ ਘਰ ਪਿਤਰ ਪਰਾਹੁਨ ਆਏ, ਪਾਂਤੀ ਪੁਰਜ ਪੰਤ ਸਿਧਾਏ। ਇਸ ਪ੍ਰਕਾਰ ਘਰ ਘਰ ਜਿਹੜਾ ਹੈ ਪਿਤਰ ਪ੍ਰਾਹੁਣੇ ਆਏ ਨੇ, ਮੁਸਾਫਰ ਰਸਤੇ ਪੈ ਕੇ ਨਿੱਜੀ ਨਗਰਾਂ ਨੂੰ ਜਿਹੜਾ ਹੈ ਹੁਣ ਚੱਲ ਪਏ ਹਨ। ਪੂਜ ਪਾਏ ਤਾ ਚੰਡ ਗਣੇਸ਼ਾ, ਰਿਪਦੋ ਦੇਸ਼ਨ ਪਰ ਚੜੇ ਨਰੇਸ਼ਾ। ਹੁਣ ਆਪੋ ਆਪਣੇ ਜਿਹੜਾ ਹੈ ਧਰਮ ਮੁਤਾਬਕ ਹਰ ਇੱਕ ਨੇ ਜਿਹੜਾ ਹੈ ਆਪਣੇ ਇਸ਼ਟ ਦੀ ਪੂਜਾ ਕੀਤੀ ਹੈ। ਸੇਤ ਜਲ ਮੁਗ ਜਲ ਹੀਨਾ, ਜੋ ਤਨ ਬਿਕੀ ਬੈਸ ਬਲ ਛੀਨਾ। ਹੁਣ ਬੱਦਲ ਵੀ ਜਿਹੜਾ ਹੈ ਜਲਹੀਣ ਹੋ ਗਏ ਨੇ, ਜਿਵੇਂ ਕਿ ਉਮਰ ਵਧਣ ਦੇ ਨਾਲ ਤਨ ਜਿਹੜਾ ਹੈ ਘਟਦਾ ਹੈ, ਸਰੀਰ ਕਮਜ਼ੋਰ ਹੁੰਦਾ ਹੈ। ਜਾਨਤ ਜੇ ਰਾਸ਼ੀ, ਜਨ ਗਿਆਨੀ ਬਾਸ਼ਨਾ ਬਿਨਾਸ਼ੀ। ਜਿਵੇਂ ਸਾਰੇ ਛੋਟੇ ਜੀਵ ਨਸ ਜਾਂਦੇ ਨੇ ਸਰਦ ਰੁੱਤ ਆਉਂਦੀ ਹੈ, ਤੇ ਜਿਵੇਂ ਗਿਆਨੀ ਜਿਹੜਾ ਹੈ ਵਾਸ਼ਨਾ ਦਾ ਵਿਨਾਸ਼ ਕਰਦਾ ਹੈ। ਦੋਇਰਾ ਸੁੰਦਰ ਸੁਖ ਮੰਦਰ ਪ੍ਰਭੂ, ਆਨੰਦ ਸਦਾ ਮੁਕਾਂਦ। ਅੰਤਰ ਮੁਖ ਬ੍ਰਿਤ ਸ਼ਰਦ ਮੈਂ, ਕੀਨੀ ਬਹੁ ਜਗ ਬਾਂਧ। ਸੁੰਦਰ ਸੁਖਾਂ ਦਾ ਘਰ, ਮੁਕਤੀ ਦਾ ਦਾਤਾ ਪ੍ਰਭੂ ਪਰਮਾਤਮਾ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੁਣ ਬੜੇ ਆਨੰਦਿਤ ਰਹਿੰਦੇ ਨੇ। ਸਰਦ ਰੁੱਤ ਵਿੱਚ ਜਿਹੜਾ ਹੈ ਜਗਤ ਦੇ ਬੰਧਨ ਯੋਗ ਅਸਲ ਦੇ ਵਿੱਚ ਹੁਣ ਆਪਣੀ ਅੰਤਰਮੁਖੀ ਬਿਰਤੀ ਦੇ ਵਿੱਚ ਟਿਕੇ ਰਹਿੰਦੇ ਹਨ। ਜੋ ਪਈ ਤੈ ਪਾਛੇ ਮੇਦੀ ਕੁਲ ਕੇਤਾ, ਕੋਡੇ ਰਣੇ ਕਾਂਤ ਨਿਕੇਤਾ। ਇਸ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹਾਲੇ ਵੀ ਕਿਸੇ ਨਾਲ ਜਿਹੜਾ ਹੈ ਖੁੱਲ੍ਹ ਕੇ ਕੋਈ ਮਿਲ ਵਰਤਨ ਨਹੀਂ, ਕੇਵਲ ਤਾਂ ਕੇਵਲ
ਇਕਾਂਤ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਕਾਂਤ ਸੁਮਤ ਜੈਸੂ ਸੁਨੈ ਬਿਲੋ ਕੈ ਤੈ ਜੀਵੈ ਕਬ ਕਬ ਤਜਿਓ ਕੈ। ਅਸਲ ਦੇ ਵਿੱਚ ਸੰਤ ਜਾਂ ਕਿਸੇ ਚੰਗੀ ਮਤ ਵਾਲੇ ਬਾਰੇ ਸੁਣਦੇ ਸਨ ਤੇ ਘਰ ਛੱਡ ਕੇ ਉੱਥੇ ਚਲੇ ਜਾਂਦੇ ਸਨ। ਭਾਵ ਜਿੱਥੇ ਸੰਗਤ ਹੁੰਦੀ, ਜਿੱਥੇ ਗੁਰਮੁਖ ਪਿਆਰੇ ਜਿਹੜਾ ਕਥਾ ਵਿਚਾਰ ਕਰਦੇ ਜਾਂ ਰੱਬ ਦੀ ਗੱਲ ਜਿੱਥੇ ਹੁੰਦੀ, ਉੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਚਲੇ ਜਾਂਦੇ ਹਨ। ਭਾਰਤ ਸਦਾ ਸੰਤਨ ਕੀ ਸੰਗਤ ਨਹਿ ਬੈਠੈ ਅਗਿਆਤਨ ਪੰਗਤ। ਇਸ ਪ੍ਰਕਾਰ ਸਦਾ ਗੁਰਮੁਖ ਪਿਆਰਿਆਂ ਦੀ ਸੰਗਤ ਕਰਦੇ ਸਨ ਤੇ ਅਗਿਆਨੀਆਂ ਦੀ ਸੰਗਤ ਤੋਂ ਉਹ ਦੂਰ ਹੀ ਰਹਿੰਦੇ ਸਨ, ਕਦੇ ਨਹੀਂ ਉਹਨਾਂ ਦੀ ਸੰਗਤ ਕਰਦੇ ਸਨ। ਨਿਰੰਕਾਰ ਕੀ ਕੀਰਤ ਗਾਥਾ ਕਾਹੇ ਸੁਨੈ ਤਿਨ ਸੋਹਿਤ ਸਾਥਾ। ਨਿਰੰਕਾਰ ਦੀ ਜਿਹੜਾ ਹੈ ਕਥਾ ਕਰਦੇ ਸਨ ਤੇ ਰੱਬੀ ਰੂਹਾਂ ਦੇ ਨਾਲ ਬੜੇ ਪਿਆਰ ਨਾਲ ਗੱਲਬਾਤ ਕਰਦੇ ਸਨ ਤੇ ਸੁਣਦੇ ਸਨ। ਗੀਤ ਬਿਰਕਤਨ ਕੀ ਚਿਤ ਤਾਰੀ ਕਾਜੈ ਜੰਜਾਰ ਜੁਤੇ ਸੰਸਾਰੀ। ਚਿੱਤ ਵਿੱਚ ਜਿਹੜਾ ਹੈ ਵੈਰਾਗੀਆਂ ਵਾਲੀ ਰੀਤੀ ਸੀ, ਭਾਵ ਜਿਹੜਾ ਹੈ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਨਿਰਲੇਪ ਹੋ ਜਾਣਾ ਤੇ ਸੰਸਾਰ ਦੇ ਸਾਰੇ ਜੰਜਾਲ ਜਿਹੜਾ ਹੈ ਛੱਡ ਦਿੱਤੇ ਹਨ। ਵੈਸ ਗੋਤ ਤਨ ਜਾਤ ਸਮਾਨਾ ਬਚਨ ਸੁਨਨ ਕੀ ਜਿਨ ਰੁਚ ਨਾਨਾ। ਹੁਣ ਜਾਤ ਪਾਤ ਉਹਨਾਂ ਦੇ ਅੰਦਰ ਕੋਈ ਵੀ ਨਹੀਂ, ਉਹਨਾਂ ਵਾਸਤੇ ਸਾਰੇ ਹੀ ਬਰਾਬਰ ਸਨ। ਇਸਤਰੀ ਨੂੰ ਜਿਹੜਾ ਵੀ ਬਰਾਬਰ ਸਮਝਦੇ ਸਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹਨਾਂ ਦੇ ਅੰਦਰ ਕੋਈ ਜਿਹੜਾ ਇਹੋ ਜਿਹਾ ਵਹਿਮ ਭਰਮ ਨਹੀਂ ਸੀ। ਬਾਲ ਅਵਸਥਾ ਤੋਂ ਸਾਰਿਆਂ ਨੂੰ ਜਿਹੜਾ ਹੈ ਇੱਕੋ ਜਿਹਾ ਹੀ ਸਮਝਦੇ ਸਨ। ਵੈਸੇ ਪਾਸ ਆਨ ਕਰ ਸੋ ਬਾਲਪਨੇ ਮੈਂ ਖੇਲਤ ਜੋ। ਇਸ ਪ੍ਰਕਾਰ ਉਹਨਾਂ ਦੇ ਪਾਸ ਆ ਕੇ ਜਿਹੜਾ ਹੈ ਬੈਠ ਜਾਂਦੇ ਜੋ ਅਸਲ ਦੇ ਵਿੱਚ ਰੱਬ ਰੰਗੀਆਂ ਰੂਹਾਂ ਸਨ ਤੇ ਉਹਨਾਂ ਕੋਲ ਵੀ ਬੈਠਦੇ ਜਿਹੜੇ ਸਾਥੀ ਸਨ ਬਚਪਨ ਦੇ, ਤੇ ਉਹਨਾਂ ਦੇ ਨਾਲ ਖੇਡਾਂ ਵੀ ਖੇਡਣੀਆਂ ਬਾਲ ਅਵਸਥਾ ਵਿੱਚ ਤੇ ਰੱਬੀ ਪਿਆਰਿਆਂ ਦੇ ਨਾਲ ਬੈਠ ਕੇ ਪਰਮਾਤਮਾ ਦੀ ਕਥਾ ਵਿਚਾਰ ਕਰਨੀ ਤੇ ਸੁਣਨੀ, ਇਹ ਕਰਮ ਸਨ। ਉਦਾਸੀਨ ਤਿਨ ਸੋ ਤਬ ਐਸੇ ਬਿਨਾ ਚਿਨਾਰੀ ਮਿਲ ਹੈ ਜੈਸੇ। ਉਹਨਾਂ ਦੇ ਨਾਲ ਇਸ ਤਰ੍ਹਾਂ ਜਿਹੜਾ ਹੈ ਕਹਿ ਲਓ ਕਿ ਉਦਾਸੀਨ ਰਹਿੰਦੇ ਸਨ ਕਿ ਜਿਵੇਂ ਕੋਈ ਜਿਹੜਾ ਬਿਨਾਂ ਪਛਾਣ ਦੇ ਹੀ ਮਿਲ ਜਾਂਦਾ ਹੈ। ਇਸ ਪ੍ਰਕਾਰ ਗੁਰੂ ਸਾਹਿਬ ਜੀ ਇਕਾਂਤ ਅਵਸਥਾ ਵਿੱਚ ਕੁਝ ਸਮੇਂ ਲਈ ਰਹਿਣ ਲੱਗੇ। ਅਸਬਿਦ ਦੇਖ ਮਾਤ ਮਨ ਚਿੰਤਾ ਗਈ ਨਿਕਟ ਜੈ ਉਤੇ ਇਕਾਂਤਾ। ਹੁਣ ਮਾਂ ਜਿਹੜੀ ਹੈ ਵੇਖ ਕੇ ਆਪਣੇ ਪੁੱਤਰ ਦਾ ਹਾਲ ਬੜੀ ਚਿੰਤਾ ਵਿੱਚ ਹੈ। ਮਾਤਾ ਤ੍ਰਿਪਤਾ ਜੀ ਕਹਿੰਦੇ ਹੁਣ ਕੀ ਗੱਲ ਹੋ ਗਈ ਹੈ ਕਿ ਸਾਡਾ ਬੱਚਾ ਜਿਹੜਾ ਹੈ ਹੁਣ ਇਕਾਂਤ ਰਹਿੰਦਾ ਹੈ, ਕੱਲਾ ਕੱਲਾ ਰਹਿੰਦਾ ਹੈ, ਕਿਸੇ ਨਾਲ ਬੋਲਦਾ ਨਹੀਂ, ਕਿਸੇ ਨਾਲ ਜਿਹੜਾ ਕੋਈ ਖੇਡਦਾ ਨਹੀਂ, ਗੱਲਬਾਤ ਨਹੀਂ ਹੈ। ਮੇਰੇ ਬੱਚੇ ਨੂੰ ਹੋ ਕੀ ਗਿਆ ਹੈ? ਦਸ਼ਾ ਦੇਖ ਸੁਤ ਕੀ ਬਿਸਮਾਨੀ ਬੋਲੀ ਮਾਂ ਪ੍ਰੀਤ ਮੈਂ ਬਾਨੀ। ਆਪਣੇ ਪੁੱਤਰ ਦੀ ਇਹ ਹਾਲਤ ਵੇਖ ਕੇ ਬੜੀ ਹੈਰਾਨ ਹੋਈ ਹੈ ਮਾਤਾ ਤੇ ਪ੍ਰੇਮ ਦੇ ਨਾਲ ਬੋਲੀ ਹੈ। ਸੁਨੋ ਤਾਤ ਚਿਤ ਬਾਤ ਵਿਚਾਰੋ ਨਿਜ ਕਾਰਜ ਕੀ ਜੈ ਨਿਰਤਾਰੋ। ਪੁੱਤਰ ਜੀ ਆਪਣੇ ਚਿੱਤ ਵਿੱਚ ਇਹ ਗੱਲ ਵਿਚਾਰੋ, ਆਪਣੇ ਜੋ ਨਿੱਜੀ ਕੰਮ ਨੇ ਨਾ, ਕਾਰਜ ਨੇ, ਉਹਨਾਂ ਵਾਸਤੇ ਸੋਚ ਵਿਚਾਰ ਕਰੋ, ਉਹਨਾਂ ਵਾਸਤੇ ਸਮਝੋ। ਤੁਸੀਂ ਹੁਣ ਸਿਆਣੇ ਹੋ ਰਹੇ ਹੋ। ਤੁਝ ਕਿਉਂ ਬਨੇ ਫਕੀਰਨ ਸੰਗਾ ਗ੍ਰਸਤ ਕਾਜ ਕਰੀਏ ਸੁਮ ਮੰਗਾ। ਅਸਲ ਦੇ ਵਿੱਚ ਹੁਣ ਮਾਤਾ ਜੀ ਕਹਿੰਦੇ ਨੇ ਕਿ ਤੁਸੀਂ ਇਹਨਾਂ ਸੰਤਾਂ ਦੀ, ਇਹਨਾਂ ਫਕੀਰਾਂ ਦੀ ਸੰਗਤ ਕਿਉਂ ਕਰਦੇ ਹੋ? ਗ੍ਰਸਤ ਕਾਰਜ ਵਾਸਤੇ ਕੋਈ ਜਿਹੜਾ ਹੈ ਉਤਸ਼ਾਹ ਨਾਲ ਕੁਝ ਕਰਮ ਕਰੋ ਨਾ। ਕਹਿਣ ਤੋਂ ਭਾਵ ਇਸ਼ਾਰਾ ਇਹ ਹੈ ਕਿ ਕੱਲ ਨੂੰ ਤੁਹਾਡਾ ਵਿਆਹ ਹੋਣਾ ਹੈ ਤੇ ਤੁਹਾਡੀ ਪਤਨੀ ਆਉਣੀ ਹੈ ਤੇ ਫਿਰ ਗਾਂ ਬੱਚੇ ਆਦਿਕ ਜਿਹੜਾ ਹੈ ਉਹਨਾਂ ਵਾਸਤੇ ਫਿਰ ਜਿਹੜਾ ਕੁਝ ਨਾ ਕੁਝ ਤੇ ਕਿਰਤ ਕਰੋ, ਕੁਝ ਧਨ ਖੱਟ ਕੇ ਲਿਆਓ। ਇਹ ਇਸ਼ਾਰਾ ਹੈ ਮਾਤਾ ਜੀ ਦਾ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਮਾਤਾ ਤ੍ਰਿਪਤਾ ਜੀ ਸਮਝਾ ਰਹੇ ਨੇ, ਪੁੱਤਰ ਜੀ
ਫਕੀਰਾਂ ਦੀ ਸੰਗਤ ਛੱਡ ਦਿਓ। ਹੁਣ ਉਹਨਾਂ ਨੂੰ ਕੀ ਪਤਾ, ਕਿਉਂਕਿ ਬਾਬਾ ਮਹਿਤਾ ਕਾਲੂ ਜੀ ਤਿਨਾਂ ਦਾ ਥੋੜ੍ਹਾ ਜਿਹਾ ਸੁਭਾਅ ਜਿਹੜਾ ਹੈ ਉਹ ਕਹਿ ਲਓ ਕਿ ਮਾਇਆ ਦੇ ਮੋਹ ਵਿੱਚ ਜ਼ਿਆਦਾ ਹੈ। ਤੇ ਹੁਣ ਮਾਂ ਵੀ ਸਮਝਾਉਂਦੀ ਹੈ ਕਿ ਅਸਲ ਦੇ ਵਿੱਚ ਇੱਦਾਂ ਕਰੋ, ਤੁਸੀਂ ਕੁਝ ਖਰਚ ਜਿਹੜਾ ਹੈ ਆਪਣੇ ਪੱਲੇ ਬੰਨੋ, ਆਉਣ ਵਾਲੇ ਸਮੇਂ ਵਿੱਚ ਤੁਹਾਡੇ ਕੰਮ ਆਏਗਾ। ਕਰਨ ਕੀ ਜੇ ਨੈ ਪ੍ਰੀਤੀ ਬਨ ਜੋ ਬਾਨਤ ਸਿੱਖੋ ਆਸਰੀਤੀ। ਅਸਲ ਦੇ ਵਿੱਚ ਜਿਹੜਾ ਹੈ ਖੇਤੀ ਕਰਨ ਵਿੱਚ ਜੇ ਤੁਹਾਡੀ ਰੁਚੀ ਨਹੀਂ ਹੈ ਤੇ ਕੋਈ ਵਣਜ ਵਪਾਰ ਕਰ ਲਓ, ਕੋਈ ਹੋਰ ਕੰਮ ਬੜੇ ਨੇ ਉਹ ਤੁਸੀਂ ਕਰ ਲਓ। ਕਰੋ ਕਾਰ ਕੋ ਹੋਏ ਸੁਚੇਤਾ ਕਰਚ ਸੰਭਾਰੋ ਆਪਨ ਨਿਕੇਤਾ। ਇਸ ਲਈ ਜਿਹੜਾ ਹੈ ਤੁਸੀਂ ਉਹ ਕੰਮ ਕਰੋ ਜੋ ਲਾਭਦਾਇਕ ਹੈ। ਭਾਵ ਰੱਬੀ ਪਿਆਰਿਆਂ ਦੀ ਸੰਗਤ ਜਿਹੜੀ ਉਹ ਲਾਭਦਾਇਕ ਨਹੀਂ ਹੈ। ਤੇ ਇਸ ਲਈ ਜਿਹੜਾ ਹੈ ਆਪਾਂ ਬਚਨ ਜਦੋਂ ਪੜ੍ਹਦੇ ਹਾਂ ਨਾ, ਆਪਾਂ ਸੰਪੂਰਨ ਵਿਚਾਰ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕੀਤੀ ਹੈ, ਜਿੱਥੇ ਬਾਬਾ ਕਬੀਰ ਜੀ ਨੇ ਬਚਨ ਸਾਨੂੰ ਦਿੱਤੇ ਨੇ, ਕਬੀਰ ਲਾਗੀ ਪ੍ਰੀਤ ਸੁਜਾਨ ਸਿਉ ਬਰਜੈ ਲੋਗ ਜਾਨ। ਜਦੋਂ ਸਿਆਣੇ ਦੇ ਨਾਲ ਪਿਆਰ ਪੈ ਜਾਂਦਾ ਹੈ ਨਾ, ਪ੍ਰੀਤ ਜੁੜ ਜਾਂਦੀ ਹੈ, ਤੇ ਅਣਜਾਣ ਮਨੁੱਖ ਜਿਹੜਾ ਹੈ, ਪ੍ਰਾਣੀ ਸੰਸਾਰ ਜਿਹੜਾ ਹੈ ਨਾ, ਅਣਜਾਣਪੁਣੇ ਦੇ ਵਿੱਚ ਵਰਜਦਾ ਹੈ। ਫਿਰ ਮਨੁੱਖ ਨੂੰ ਕਿ ਇਹਦੇ ਵਿੱਚ ਕੁਝ ਨਹੀਂ ਰੱਖਿਆ, ਕੁਝ ਖੱਟ ਲਓ, ਕੁਝ ਕਮਾ ਲਓ, ਨਹੀਂ ਤੇ ਫਿਰ ਝੋਲਾ ਹੀ ਚੁੱਕਣਾ ਪੈਣਾ। ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ। ਤੇ ਅਸਲ ਦੇ ਵਿੱਚ ਜਿਹੜਾ ਹੈ, ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸਮਝਾ ਰਹੇ ਨੇ ਨਾ ਮਾਤਾ ਤ੍ਰਿਪਤਾ ਜੀ, ਕਿ ਫਕੀਰਾਂ ਦੀ ਸੰਗਤ ਜਿਹੜਾ ਹੈ ਨਾ ਕਰਿਆ ਕਰੋ ਤੁਸੀਂ। ਕੁਝ ਜਿਹੜਾ ਖੇਤੀ ਨਹੀਂ ਕਰਨੀ ਤੇ ਵਪਾਰ ਕਰ ਲਓ, ਘਰ ਦਾ ਖਰਚਾ ਜਿਹੜਾ ਹੈ ਸੰਭਾਲੋ ਤੁਸੀਂ, ਇੱਦਾਂ ਦਾ ਕੋਈ ਕਰਮ ਕਰੋ। ਕਰੇ ਉਪਾਏ ਜਬ ਦਰਬ ਉਪਾਵੋ ਭਲ ਭਲ ਵਿਦ ਸੰਚੋ ਨਿਜ ਕਰ ਲਿਆਵੋ। ਜਦੋਂ ਮਿਹਨਤ ਕਰਕੇ ਤੁਸੀਂ ਧਨ ਕਮਾਓਗੇ ਨਾ, ਇਕੱਠਾ ਕਰਕੇ ਘਰੇ ਲਿਆਓਗੇ, ਭਲੇ ਢੰਗ ਦੇ ਨਾਲ ਇਕੱਠਾ ਕਰੋਗੇ, ਤੇ ਫਿਰ ਜਿਹੜਾ ਹੈ ਆਪਣੇ ਘਰ ਦੇ ਵਿੱਚ ਉਸ ਧਨ ਨੂੰ ਲੈ ਕੇ ਆਵੋਗੇ। ਕੋ ਖਤਰੀ ਤਬ ਕਰੇ ਨਿਹਾਰੂ ਲਖੇ ਕਮਾਉ ਤੇ ਪਰਿਵਾਰੂ। ਇਸ ਪ੍ਰਕਾਰ ਕੋਈ ਵੀ ਜਿਹੜਾ ਜਦੋਂ ਖੱਤਰੀ ਵੇਖੇ, ਭਾਵ ਸਾਡੀ ਬਰਾਦਰੀ ਦੇ, ਸਾਡੇ ਰਿਸ਼ਤੇਦਾਰ, ਸਾਡੇ ਸ਼ਰੀਕ ਕਹਿ ਲਓ, ਜੋ ਵੀ ਹੈ, ਜਦੋਂ ਵੇਖਣਗੇ ਨਾ ਕਿ ਹਾਂ ਬਾਬਾ ਮਹਿਤਾ ਕਾਲੂ ਜੀ ਦਾ ਪੁੱਤਰ ਕਮਾਊ ਹੈ, ਕੁਝ ਧਨ ਲੈ ਕੇ ਆ ਰਿਹਾ ਹੈ, ਤੇ ਲਖੇ ਕਮਾਊ ਸਹਿ ਪਰਿਵਾਰੂ, ਫਿਰ ਜਿਹੜਾ ਹੈ ਤੈਨੂੰ ਜਦੋਂ ਵੇਖਣਗੇ ਫਿਰ ਸਮਝਣਗੇ ਕਿ ਇਹ ਪੁੱਤਰ ਜਿਹੜਾ ਹੈ ਨਾ, ਇਹ ਇਹਨਾਂ ਦਾ ਕਮਾਊ ਪੁੱਤਰ ਹੈ। ਨਿਜ ਤਨਿਆ ਤੁਝ ਦੇ ਵਿਵਾਹੀ ਸੁਜਤ ਹੋਏ ਸਭ ਲੋਕਨ ਮਾਹੀ। ਫਿਰ ਉਹ ਆਪਣੀ ਪੁੱਤਰੀ ਦਾ ਵਿਆਹ ਨਾ ਤੁਹਾਡੇ ਨਾਲ ਕਰ ਦੇਣਗੇ। ਫਿਰ ਲੋਕ ਵਿੱਚ ਇਸ ਭਾਵ ਜਿਹੜਾ ਪਿੰਡ, ਇਸ ਇਲਾਕੇ ਦੇ ਵਿੱਚ, ਕਾਇਨਾਤ ਦੇ ਵਿੱਚ ਕਹਿ ਲਓ ਕਿ ਜਿੱਥੋਂ ਜਿੱਥੋਂ ਤੱਕ ਵੀ ਜਾਣ ਪਛਾਣ ਹੈ, ਉਹ ਹਰ ਕੋਈ ਫਿਰ ਜਿਹੜਾ ਜਸ ਕਰੇਗਾ, ਤੁਹਾਡੀ ਵਡਿਆਈ ਕਰੇਗਾ। ਜਦੋਂ ਤੁਹਾਡੇ ਕੋਲ ਕੁਝ ਹੋਏਗਾ ਤਾਂ ਆਪ ਕਾ ਜਨ ਕੇ ਲਖੇ ਉਦਾਸੂ ਮਿਲ ਕਰ ਮਨੁਜ ਕਰੇ ਉਪਹਾਸੂ। ਮਾਤਾ ਜੀ ਕਹਿਣ ਲੱਗੇ, ਹੁਣ ਜਦੋਂ ਵੀ ਮਨੁੱਖ ਵੇਖਦੇ ਨੇ ਨਾ, ਇੱਥੋਂ ਦੇ ਪਿੰਡ ਦੇ ਸ਼ਰੀਕ ਜਦੋਂ ਵੇਖਦੇ ਨੇ ਕਿ ਅਸਲ ਦੇ ਵਿੱਚ ਇਹਨਾਂ ਦਾ ਕਿਸੇ ਕੰਮ ਦੇ ਵਿੱਚ ਕੋਈ ਰੁਚੀ ਨਹੀਂ ਹੈ, ਕੋਈ ਧਿਆਨ ਨਹੀਂ ਹੈ, ਇਹ ਕੋਈ ਕੰਮਕਾਰ ਨਹੀਂ ਕਰਦੇ, ਤੇ ਉਹ ਨਾ ਫਿਰ ਮਿਲ ਕੇ ਹਾਸਾ ਮਖੌਲ ਕਰਦੇ ਨੇ, ਫਿਰ ਸਾਨੂੰ ਸੁਣਨੀਆਂ ਪੈਂਦੀਆਂ ਨੇ। ਜਿਵੇਂ ਆਮ ਜਿਹੜਾ ਹੈ ਮਾਂ ਆਪਣੇ ਪੁੱਤਰ ਨੂੰ ਕਵੇ, ਤੇ ਮਾਤਾ ਤ੍ਰਿਪਤਾ ਜੀ ਉੱਦਾਂ ਕਹਿ ਰਹੇ ਨੇ ਕਿ ਲੋਕ ਜਿਹੜਾ ਤੁਹਾਨੂੰ ਵੇਖ ਕੇ ਹਾਸਾ ਮਖੌਲ ਕਰਦੇ ਨੇ। ਇਸ ਲਈ ਜਿਹੜਾ ਹੈ ਸਾਡੀ ਗੱਲ ਮੰਨੋ। ਕਾਹੇ ਨਲਾਇਕ ਤਿਨ ਕੋ ਤਾਤਾ ਕਛੂ ਨ ਕ੍ਰਿਤ ਕਰਨ ਕੀ ਗਿਆਤਾ। ਉਹ ਕਹਿੰਦੇ ਨੇ, ਲੋਕ ਕੀ ਕਹਿੰਦੇ ਨੇ, ਇਹਨਾਂ ਦਾ ਪੁੱਤਰ ਜਿਹੜਾ ਲਾਇਕ ਨਹੀਂ ਹੈ, ਨਲਾਇਕ ਹੈ। ਇਸ ਲਈ ਜਿਹੜਾ ਕਛੂ ਨ ਕ੍ਰਿਤ ਕਰਨ ਕੀ ਗਿਆਤਾ, ਇਹਨੂੰ ਕੋਈ ਵੀ ਕਿਰਤ ਨਹੀਂ ਆਉਂਦੀ,
ਕੋਈ ਵੀ ਇਹ ਕਿਰਤ ਕੋਈ ਕੰਮ ਨਹੀਂ ਕਰ ਸਕਦਾ। रखे दारगी को मत हीना, को पाकै बल ते चीना। ਕੋਈ ਤੁਹਾਨੂੰ ਕਹਿੰਦਾ ਹੈ ਕਿ ਹਾਂ ਇਹ ਦਲਿਦਰੀ ਨੇ, ਕੋਈ ਕਹਿੰਦਾ ਹੈ ਇਹ ਬੁੱਧੀਹੀਨ ਨੇ, ਕੋਈ ਕਹਿੰਦਾ ਹੈ ਕਿ ਅਸਲ ਦੇ ਵਿੱਚ ਇਹ ਕਮਜ਼ੋਰ ਨੇ, ਇਹ ਸ਼ਕਤੀਹੀਨ ਨੇ। ਭਾਵ ਇਹੋ ਜਿਹੇ ਬੋਲ ਜਿਹੜਾ ਹੈ ਨਾ ਲੋਕ ਬੋਲਦੇ ਹਨ। वज्र समान बचन उपहासु, कहे शरीक ईर्खा जासु। ਕਹੇ ਸ਼ਰੀਕ ਈਰਖਾ ਜਾਸੂ। ਸ਼ਰੀਕ ਜਿਹੜੇ ਨੇ ਨਾ ਜਦੋਂ ਇਹੋ ਜਿਹੇ ਪੱਥਰ ਵਰਗੇ ਬੋਲ ਬੋਲਦੇ ਨੇ ਨਾ ਪੁੱਤਰ ਜੀ, ਸਾਡੇ ਹਿਰਦੇ ਵਿੱਚ ਬੜੇ ਲੱਗਦੇ ਨੇ ਆ ਕੇ। ਤੇ ਇਹ ਬੋਲ ਜਿਹੜਾ ਈਰਖਾ ਦੇ ਵਿੱਚ ਬੋਲਦੇ ਨੇ, ਹੋਰ ਕੁਛ ਨਹੀਂ ਹੈ। ਇਸ ਲਈ ਜਿਹੜਾ ਹੈ ਧਿਆਨ ਦਿਓ। हम उर जरे जाए सो कैसे, दुखे बदर डिगरांबा जैसे। ਇਸ ਲਈ ਜਿਹੜਾ ਹੈ ਅਸੀਂ ਉਹਨਾਂ ਬੋਲਾਂ ਨੂੰ ਆਪਣੇ ਹਿਰਦੇ ਵਿੱਚ ਕਿਵੇਂ ਧਾਰਨ ਕਰੀਏ ਜਾਂ ਫਿਰ ਕਿਵੇਂ ਜਿਹੜਾ ਸੁਣ ਕੇ ਉਹਨਾਂ ਨੂੰ ਵਸਾ ਲਈਏ, ਬੜੇ ਕਠੋਰ ਨੇ ਤੇ ਸੁਣੇ ਨਹੀਂ ਜਾਂਦੇ ਪੁੱਤਰ ਜੀ। ਤੇ ਸਾਡੀ ਤਾਂ ਉਹ ਹਾਲਤ ਹੈ ਕਿ ਜਿਵੇਂ ਬੇਰੀ ਦੇ ਰੁੱਖ ਦੇ ਕੋਲ ਕੇਲਾ ਉੱਗ ਪਵੇ ਤੇ ਹਾਲਤ ਕੀ ਹੁੰਦੀ ਤੁਸੀਂ ਜਾਣਦੇ ਹੋ। ਕੇਲੇ ਦੇ ਕੰਡੇ ਨਹੀਂ ਹੁੰਦੇ, ਬੇਰੀ ਨੂੰ ਕੰਡੇ ਹੁੰਦੇ ਨੇ। ਹੁਣ ਈਰਖਾਲੂ ਲੋਕ ਜਿਹੜੇ ਨੇ ਉਹ ਕੰਡਿਆਂ ਦੀ ਤਰ੍ਹਾਂ ਹੈ, ਬੇਰੀ ਦੀ ਤਰ੍ਹਾਂ ਹੈ। ਤੇ ਮਾਤਾ ਜੀ ਕਹਿਣ ਲੱਗੇ ਸਾਡੀ ਹਾਲਤ ਤੇ ਬੇਰੀ ਦੇ ਕੋਲ ਉੱਗੇ ਹੋਏ ਕੇਲੇ ਦੀ ਤਰ੍ਹਾਂ ਹੈ ਕਿ ਉਹ ਜਿਹੜਾ ਹੈ ਅਸਲ ਦੇ ਵਿੱਚ ਕੁਝ ਕਰ ਨਹੀਂ ਸਕਦਾ ਅਗਲਾ। ਜਦੋਂ ਵੀ ਕੋਈ ਹਵਾ ਆਉਂਦੀ ਹੈ ਕੇਲੇ ਨੂੰ ਚੀਰ ਦਿੰਦੀ ਹੈ। ਸੋ ਕਹਿਣ ਤੋਂ ਭਾਵ ਕਿ ਇਹੋ ਜਿਹੇ ਬੋਲ ਜਿਹੜੇ ਨੇ ਨਾ ਸੰਸਾਰ ਬੋਲ ਰਿਹਾ ਹੈ। संगत तजो फकीरन केरी, पंकत बैसों दयात नरेरी। ਇਸ ਲਈ ਜਿਹੜਾ ਹੈ ਫਕੀਰਾਂ ਦੀ ਸੰਗਤ ਛੱਡ ਦਿਓ, ਆਪਣੇ ਸਗੇ ਸੰਬੰਧੀਆਂ ਦੀ ਸੰਗਤ ਦੇ ਵਿੱਚ ਬੈਠਿਆ ਕਰੋ, ਕੁਝ ਤੁਹਾਨੂੰ ਪ੍ਰਾਪਤ ਹੋਵੇ। जो निज निज करी सो काजा, जो तुम करो तात लख काजा। ਇਸ ਲਈ ਜਿਹੜਾ ਹੈ ਤੁਸੀਂ ਇਸ ਗੱਲ ਨੂੰ ਪੁੱਤਰ ਜੀ ਸਮਝੋ, ਸਾਰੇ ਆਪੋ ਆਪਣਾ ਕੰਮ ਕਰਦੇ ਨੇ, ਤੁਸੀਂ ਵੀ ਕਰਿਆ ਕਰੋ। ਤੁਸੀਂ ਵੀ ਜਿਹੜਾ ਹੈ ਆਪਣੀ ਕਿਰਤਕਾਰ ਕਰਨੀ ਸ਼ੁਰੂ ਕਰ ਦਿਓ। ਹਾਂਜੀ। सुने सबे बच जे के माता, इतना लगे को बाता। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਮਾਤਾ ਜੀ ਦੇ ਬਚਨ ਸੁਣੇ ਨੇ ਤੇ ਚਿਤ ਨਾ ਲੱਗਿਆ ਕੋਊ ਬਾਤਾ। ਆਪਣੇ ਜਿਹੜਾ ਹੈ ਦਿਲ ਨੂੰ ਕੋਈ ਵੀ ਗੱਲ ਜਿਹੜਾ ਉਹਨਾਂ ਦੇ ਚੰਗੀ ਨਹੀਂ ਲੱਗੀ। सुन पढ़ रहे पाए मुख बसना, भूषण पाए सुबोले कसना। ਫਿਰ ਆਪਣੇ ਮੁਖ ਤੇ ਕੱਪੜਾ ਪਾ ਲਿਆ ਹੈ ਤੇ ਚੁੱਪ ਹੋ ਗਏ ਨੇ, ਕਿਸੇ ਦੇ ਨਾਲ ਨਹੀਂ ਬੋਲੇ। ਤੇ ਹੁਣ ਮਾਤਾ ਜੀ ਸੋਚਣਗੇ ਕਿ ਕੀ ਕੀਤਾ ਜਾਵੇ, ਬੜਾ ਸਮਝਾਇਆ ਇਹਨਾਂ ਨੇ। ਤੇ ਹੁਣ ਵੈਦ ਨੂੰ ਬੁਲਾਇਆ ਜਾਏਗਾ ਤੇ ਵੈਦ ਆਏਗਾ ਤੇ ਕਿਵੇਂ ਵੈਦ ਨੂੰ ਸਤਿਗੁਰੂ ਜੀ ਸਿੱਖਿਆ ਦੇਣਗੇ। ਵੈਦ ਬੁਲਾਇਆ, ਵੈਦਗੀ ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਂ। ਸ਼ਬਦ ਦੇ ਰਾਹੀਂ ਫਿਰ ਸਤਿਗੁਰੂ ਜੀ ਕਿਵੇਂ ਸਮਝਾਉਣਗੇ, ਕੀ ਸਿੱਖਿਆ ਦੇਣਗੇ, ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ, पार ब्रह्म विनाशी अविनाश, हे पूरन हे सर्ब मैं, सुनता हे संगी हे निरंकार, निर्गुण सब टेक। हे गोविंद हे गुण निधान, के सदा विवेक, हे अपरंपर हर हरे, भी हो वनहार। हे संतां कै सदा संग, तारा आधार, हे ठाकुर हों दासरो, निर्गुण गुण नहीं को। नानक दीजै नाम दान, खोइए परो आए प्रभु शरणागति, मानिक दया। एक अखर हर मन बसत, नानक होत निहाल। आए